ਵਾਹਿਗੁਰੂ जी का खालसा वाहिगुरू जी की फतेह। आप जी ਦੇ ਨਾਲ ਸਾਂਝ ਪਾਉਣ ਲੱਗੇ ਹਾਂ ਜੀ ਦੀਵਾਨ ਟੋਡਰ ਮੱਲ ਜੀ ਦੇ ਇਤਿਹਾਸ ਦੀ ਤੇ ਉਹਨਾਂ ਦੀ ਇਹ ਬਣਾਈ ਹੋਈ ਜਹਾਜ਼ ਹਵੇਲੀ ਜਾਂ ਜਹਾਜੀ ਹਵੇਲੀ ਜਿਸ ਨੂੰ ਕਹਿ ਦਿੰਦੇ ਹਨ, ਕਿਉਂਕਿ ਇਹਦਾ ਡਿਜ਼ਾਈਨ ਜਾਂ ਇਹਦੀ ਬਾਹਰੋਂ ਜਿਹੜੀ ਦਿੱਖ ਸੀਗੀ ਦੂਰੋਂ ਦਿਖਣ ਵਾਲੀ ਉਹ ਇੱਕ ਜਹਾਜ਼ ਵਰਗੀ, ਸਮੁੰਦਰੀ ਜਹਾਜ਼ ਵਰਗੀ ਸੀਗੀ, ਤਾਂ ਇਸ ਨੂੰ ਫਿਰ ਸਾਰੇ ਜਹਾਜੀ ਹਵੇਲੀ ਕਹਿਣਾ ਸ਼ੁਰੂ ਕਰ ਦਿੱਤਾ। ਤਕਰੀਬਨ 350 ਸਾਲ ਪੁਰਾਣੀ ਇਹ ਬਿਲਡਿੰਗ ਜਿਸ ਦੀਆਂ ਬਹੁਤ ਵੱਡੀਆਂ ਵੱਡੀਆਂ ਚੌੜੀਆਂ ਕੰਧਾਂ ਹਨ, ਇਹਦੇ ਵੱਡੇ ਵੱਡੇ ਚੌੜੇ ਥੰਮ ਹਨ। ਸ਼ਾਇਦ ਇਹੀ ਮਜ਼ਬੂਤੀ ਆ ਕਿ ਜਿਹਦੇ ਕਰਕੇ ਇਹ ਇੰਨਾ ਲੰਮੇ ਸਮੇਂ ਤੋਂ ਖੜੀ ਹੈ। ਜਿਹੜੇ ਦੀਵਾਨ ਟੋਡਰ ਮੱਲ ਜੀ ਆ, ਇਹਨਾਂ ਦਾ ਅਸਲ 'ਚ ਜਿਹੜਾ ਜਨਮ ਹੁੰਦਾ ਨਾ, ਇਹ ਪਿੰਡ ਹੈਗਾ ਕਾਕੜਾ ਭਵਾਨੀਗੜ੍ਹ ਦੇ ਕੋਲ। ਇਹ ਔਰੰਗਜ਼ੇਬ ਦੇ ਪਿਤਾ ਜਿਹੜੇ ਸ਼ਾਹਜਹਾਨ ਹੈ ਨਾ, ਉਸ ਦੇ ਸਮੇਂ ਇਹਨਾਂ ਨੂੰ ਰਾਏ ਦਾ ਖਿਤਾਬ ਮਿਲਿਆ ਹੋਇਆ ਸੀਗਾ। ਇਹਨਾਂ ਕੋਲ 100 ਘੋੜਸਵਾਰ ਤੇ 200 ਪਿਆਦਾ ਪੈਦਲ ਫੌਜੀਆਂ ਦੀ ਫੌਜ ਸੀਗੀ। ਇਹ ਤਾਕਤ ਵੱਧਦੀ ਗਈ ਤੇ ਤਕਰੀਬਨ 2000 ਘੋੜਸਵਾਰ ਤੇ 4000 ਪਿਆਦਾ ਫੌਜ ਤੱਕ ਪਹੁੰਚ ਗਈ। ਸਰਹੰਦ, ਦੀਪਾਲਪੁਰ, ਜਲੰਧਰ, ਸੁਲਤਾਨਪੁਰ ਇਹ ਸੂਬਿਆਂ ਦੀ ਕੰਟਰੋਲ ਸੀਗਾ ਇਹਨਾਂ ਕੋਲ। ਔਰ ਇਹਨਾਂ ਦੀ ਇਨਕਮ ਜਿਹੜੀ ਸੀਗੀ ਨਾ, ਉਸ ਸਮੇਂ 50 ਲੱਖ ਰੁਪਏ ਸਾਲਾਨਾ ਸੀਗੀ। ਨੌਕਰੀ ਭਾਵੇਂ ਮੁਗਲ ਦਰਬਾਰ ਦੀ ਕਰਦੇ ਹਨ, ਪਰ 10ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਅਨੰਨ ਸੇਵਕ ਹਨ, ਬਹੁਤ ਹੀ ਪਿਆਰ ਕਰਦੇ ਹਨ। ਇਹ ਉਹਨਾਂ ਦੀ ਹਵੇਲੀ ਜਿਹਦੀਆਂ ਤੁਸੀਂ ਵੇਖ ਰਹੇ ਮੰਜ਼ਲਾਂ, ਉੱਪਰ ਤੱਕ ਹੁਣ ਘਾਹ ਉੱਗਾ ਹੋਇਆ ਹੈ। ਔਰ ਇਹਦੇ ਵਿੱਚ ਇੱਕ ਖੂਹ ਵੀ ਹੈ। ਇਹਦੇ ਬਾਹਰ ਖੂਹ ਦੇ ਕੋਲ ਪਿੱਛੇ ਜਿਵੇਂ ਸਵਿਮਿੰਗ ਪੂਲ ਹੁੰਦਾ ਉਸ ਸਮੇਂ ਤੋਂ ਉਹ ਵੀ ਉੱਥੇ ਹੈ। ਤੇ ਜਿਹੜੀਆਂ ਤੁਸੀਂ ਥੰਮਾਂ ਬਿਲਡਿੰਗਾਂ ਦੇਖ ਰਹੇ ਆ, ਥੰਮ ਵੱਡੇ ਵੱਡੇ ਚੌੜੇ, ਇਹ ਦੱਸਦੇ ਆ ਕਿ ਇਹਦੀ ਮਜ਼ਬੂਤੀ ਤੇ ਕਿੰਨਾ ਕਿ ਇਹਦੇ ਉੱਤੇ ਪੈਸਾ ਲੱਗਾ ਤੇ ਮਿਹਨਤ ਨਾਲ ਹੋਏਗੀ। ਇਹਦੇ 2 ਪੋਰਸ਼ਨ ਸਨ। ਪਿਛਲਾ ਪੋਰਸ਼ਨ ਅਜੇ ਥੋੜਾ ਜਿਹਾ ਖੜਾ ਹੈ ਤੇ ਅਗਲਾ ਪੋਰਸ਼ਨ ਤੇ ਬਸ ਜਿਹਦੇ ਵਿੱਚ ਥੋੜਾ ਜਿਹਾ ਹੀ ਤੁਸੀਂ ਦੇਖ ਰਹੇ ਆ ਕਿ ਬਹੁਤ ਥੋੜੀਆਂ ਕੰਧਾਂ ਵਿੱਚੋਂ ਰਹਿ ਗਈਆਂ ਹਨ। ਪਿਛਲੇ ਸਮੇਂ ਦੇ ਵਿੱਚ ਸੇਵਾਵਾਂ ਲੱਗੀਆਂ ਹਨ, ਥੋੜੀ ਬਹੁਤ ਇਹਦੀ ਸਾਂਭ ਸੰਭਾਲ ਹੋਈ ਹੈ, ਪਰ ਐਂ ਲੱਗਦਾ ਕਿ ਜਿਵੇਂ ਅਸੀਂ ਇਹਦੇ ਲਈ ਬਹੁਤ ਕੁਝ ਹੋਰ ਕਰ ਸਕਦੇ ਹਾਂ ਜੇ ਅਸੀਂ ਚਾਹੀਏ ਤਾਂ। ਔਰੰਗਜ਼ੇਬ ਦੇ ਸਮੇਂ ਦੇ ਉੱਤੇ ਟੋਡਰ ਮੱਲ ਜੀ ਨੇ ਰਿਟਾਇਰਮੈਂਟ ਲੈ ਲਈ ਸੀ, ਪਰ ਰਿਹਾਇਸ਼ ਉਹਨਾਂ ਦੀ ਇਸੇ ਜਹਾਜੀ ਹਵੇਲੀ ਦੇ ਵਿੱਚ ਸੀਗੇ, ਇੱਥੇ ਰਹਿੰਦੇ ਹਨ। ਮੇਨ ਜਿਹੜਾ ਟੋਡਰ ਮੱਲ ਜੀ ਦਾ ਇਤਿਹਾਸ ਆ ਆਪਾਂ ਜਾਣਦੇ ਹਾਂ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਵਜ਼ੀਰ ਖਾਨ ਜਿਹੜਾ ਸੂਬਾ ਸਰਹੰਦ ਹੈ ਉਹ ਮਾਤਾ ਗੁਜਰ ਕੌਰ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰਕੇ ਤੇ ਮੈਨੂੰ ਕਹਿਣਾ ਪੈਣਾ ਉਹਨਾਂ ਦੇ ਸਰੀਰ ਲਾਸ਼ਾਂ ਜਿਹੜੀਆਂ ਉਹ ਨਦੀ ਦੇ ਕਿਨਾਰੇ ਪਿੱਛੇ ਸੁੱਟ ਦਿੱਤੀਆਂ ਸੀਗੀਆਂ ਤੇ ਇਹ ਹੁਕਮ ਜਾਰੀ ਕਰ ਦਿੱਤਾ ਸੀ ਕਿ ਇਹਨਾਂ ਦਾ ਸੰਸਕਾਰ ਕੋਈ ਮੁਗਲ ਸਲਤਨਤ ਦੀ ਜ਼ਮੀਨ ਤੇ ਨਹੀਂ ਕਰ ਸਕਦਾ। ਨਫ਼ਰਤ ਇੰਨੀ ਗੁਰੂ ਪੁੱਤਰਾਂ ਨੂੰ, ਔਰ ਉਹਨਾਂ ਦੀ ਉਮਰ ਵੇਖੋ, ਬਾਲ ਉਮਰ ਦੇ ਵਿੱਚ ਸ਼ਹੀਦ ਵੀ ਕੀਤਾ ਔਰ ਇਹ ਵੀ ਕਹਿ ਦਿੱਤਾ ਕਿ ਇਹਨਾਂ ਦਾ ਸੰਸਕਾਰ ਕੋਈ ਨਹੀਂ ਕਰ ਸਕਦਾ। ਜਦੋਂ ਟੋਡਰ ਮੱਲ ਜੀ ਉਹਨਾਂ ਨੂੰ ਪਤਾ ਲੱਗਦਾ, ਆਉਂਦੇ ਹਨ ਤੇ ਉਹਨਾਂ ਨੇ ਆਣ ਕੇ ਕਿਹਾ ਕੋਈ ਰਾਹ ਹੋਵੇ, ਤਾਂ ਉਸ ਵੇਲੇ ਕਿਹਾ ਗਿਆ ਕਿ ਜ਼ਮੀਨ ਮੁੱਲ ਖਰੀਦਣੀ ਪਏਗੀ। ਜ਼ਮੀਨ ਮੁੱਲ ਖਰੀਦਣ ਦੀ ਗੱਲ ਚੱਲੀ ਤੇ ਮੋਹਰਾਂ ਦੇ ਨਾਲ ਖਰੀਦਣੀ ਪਏਗੀ। ਮੋਹਰ ਸੋਨੇ ਦਾ ਸਿੱਕਾ ਸੀ ਉਸ ਵੇਲੇ। ਇੱਕ ਹੁੰਦਾ ਇਦਾਂ ਸਿੱਕਾ ਖੜਾ ਕਰ ਦੇਣਾ, ਖੜੇ ਕਰ ਕਰਕੇ ਜੋੜ ਜੋੜ ਕੇ, ਤਾਂ ਉਸ ਵੇਲੇ ਜਿਹੜੀਆਂ 78000 ਮੋਹਰਾਂ ਲੱਗੀਆਂ ਸੀ ਸੋਨੇ ਦੀਆਂ। 78000 ਮੋਹਰਾਂ। ਉਹ ਸਮਾਂ ਉਹ ਸੀ ਕਿ ਆਮ ਜਿਹੜੇ ਸਾਡੇ ਵਰਗੇ ਮਨੁੱਖ ਆ, ਸਾਡੇ ਕੋਲ ਇੱਕ ਮੋਹਰ ਵੀ ਨਹੀਂ ਸੀ ਹੁੰਦੀ। ਤੁਸੀਂ ਇਸ ਦੇਖੋ, ਉਸ ਵੇਲੇ ਉਹਨਾਂ ਦੀ ਅਮੀਰੀ ਕਹਿ ਲਈਏ ਤੇ ਅਮੀਰੀ ਨੂੰ ਛੱਡਣ ਦੀ ਭਾਵਨਾ ਗੁਰੂ ਲਈ। ਗੁਰੂ ਪੁੱਤਰਾਂ ਦੇ ਸਰੀਰ ਦਾ ਸੰਸਕਾਰ ਜ਼ਰੂਰ ਹੋਣਾ ਚਾਹੀਦਾ, ਭਾਵੇਂ ਮੇਰੀ ਸਾਰੀ ਉਮਰ ਦੀ ਕਮਾਈ ਲੱਗ ਜਾਵੇ। 78000 ਜਿਹੜਾ ਉਹਨਾਂ ਨੇ ਲਾਇਆ, ਉਸ ਦੀ ਕੀਮਤ 10 ਨੇ ਪਿੱਛੇ ਜੀ ਪੜਿਆ ਸੀਗਾ, ਅੱਜ ਕੱਲ ਦੇ ਸਮੇਂ ਵਿੱਚ 2 ਅਰਬ 50 ਕਰੋੜ ਬਣਦੀ ਹੈ। ਸੰਸਕਾਰ ਕਰਨ ਵਾਸਤੇ 2 ਅਰਬ 50 ਕਰੋੜ ਦੀ ਜ਼ਮੀਨ ਲੈਣਾ, ਇਹ ਕੋਈ ਖਾਲਾ ਜੀ ਦਾ ਵਾੜਾ ਹੈ? ਕੋਈ ਗੁਰੂ ਨੂੰ ਪਿਆਰ ਕਰਨ ਵਾਲਾ ਸ਼ਾਇਦ ਅੱਜ ਲੱਭੇ ਹੀ ਨਾ, ਮੁਸ਼ਕਲ ਇੰਨਾ ਪਿਆਰ ਵੀ ਆਪਣਾ ਆਪ ਵਾਰ ਹੀ ਦੇਣਾ। ਇਹ ਹਵੇਲੀ ਜਿਹੜੀ ਤੁਸੀਂ ਦੇਖ ਰਹੇ ਆ, ਇੰਨੀ ਵੱਡੀ, ਇੰਨੀ ਸ਼ਾਨੋ ਸ਼ੌਕਤ ਇਹਦੀ। ਇਹਦੇ ਵਿੱਚ ਅੰਦਰ ਵੱਡੇ ਵੱਡੇ ਦਲਾਨ ਬਣੇ ਹਨ, ਪਿੱਛੇ ਜਿਹੜੇ ਕਮਰੇ ਬਣੇ ਹਨ। ਇੱਕ ਇਹਦਾ ਅੰਡਰਗਰਾਉਂਡ ਪਾਰਟ ਹੈ, ਤਕਰੀਬਨ 3 ਮੰਜ਼ਲਾਂ ਉੱਪਰ ਹਨ। ਉੱਪਰ ਤੱਕ
ਕੁਝ ਹਿੱਸਿਆਂ 'ਚ ਲੈਂਟਰ ਪਾਇਆ ਗਿਆ, ਕੁਝ ਸੰਸਥਾਵਾਂ ਨੇ ਸੇਵਾਵਾਂ ਕੀਤੀਆਂ ਵਾ, ਇਹਦੇ ਪਾਟ ਬਚਾਏ ਗਏ, ਇਹਦੇ ਵਿੱਚ ਦਾਸ ਇਨਕਾਰੀ ਨਹੀਂ ਹੈ। ਪਰ ਇਸ ਤੋਂ ਵੱਧ ਹੋਣਾ ਚਾਹੀਦਾ। ਇੱਕ ਸਿੱਖ ਇਤਿਹਾਸ ਦਾ ਮਾਸਟਰਪੀਸ ਆ ਜਿਹੜਾ, ਉਹਨੂੰ ਵੀ ਸਾਂਭ ਸੰਭਾਲਣ ਦੀ ਕੋਸ਼ਿਸ਼ ਕਰੀਏ। ਉਹ ਜਿਹੜੀ ਜ਼ਮੀਨ ਉਹਨਾਂ ਖਰੀਦੀ ਸੀ, ਉਸ ਸਥਾਨ ਤੇ ਜਿੱਥੇ ਉਹਨਾਂ ਨੇ ਸੰਸਕਾਰ ਕੀਤੇ, ਉਸ ਸਥਾਨ ਨੂੰ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਕਿਹਾ ਜਾਂਦਾ ਹੈ। ਜਿਹੜੀਆਂ ਸੰਗਤਾਂ ਫਤਿਹਗੜ੍ਹ ਸਾਹਿਬ ਦਰਸ਼ਨ ਕਰਨ ਆਉਂਦੀਆਂ ਹਨ, ਉਹ ਫਤਿਹਗੜ੍ਹ ਸਾਹਿਬ ਤੋਂ ਬਾਅਦ 'ਚ ਜੋਤੀ ਸਰੂਪ ਸਾਹਿਬ ਵੀ ਦਰਸ਼ਨ ਕਰਨ ਜਾਂਦੀਆਂ ਹਨ। ਫਤਿਹਗੜ੍ਹ ਸਾਹਿਬ ਉਹਨਾਂ ਦੀ ਸ਼ਹੀਦੀ ਹੁੰਦੀ ਹੈ, ਜੋਤੀ ਸਰੂਪ ਸਾਹਿਬ ਸਾਹਿਬਜ਼ਾਦਿਆਂ ਦਾ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਹੁੰਦਾ ਹੈ। ਔਰ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਦਾ ਪ੍ਰਕਾਸ਼ ਹੈ, ਉਹੀ ਸੰਸਕਾਰ ਸਥਾਨ ਹੈ, ਉਹੀ ਉਹ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ ਜਿਹੜੀ ਟੋਡਰ ਮੱਲ ਜੀ ਨੇ ਮੋਹਰਾਂ ਖੜੀਆਂ ਕਰਕੇ ਲਈ ਸੀਗੀ। ਉਸ ਤੋਂ ਬਾਅਦ 'ਚ ਕੁਦਰਤੀ ਆ ਕਿ ਇਹ ਇੱਕ ਵਿਰੋਧਤਾ ਸੀਗੀ ਮੁਗਲ ਸਲਤਨਤ ਦੀ, ਤੇ ਉਹਨਾਂ ਨੂੰ ਠੰਡਾ ਤਾਂ ਕੱਢਿਆ ਗਿਆ ਨਹੀਂ, ਤਾਂ ਉਸ ਵੇਲੇ ਟੋਡਰ ਮੱਲ ਜੀ ਨੂੰ ਇਹ ਥਾਂ ਛੱਡ ਕੇ ਜਾਣਾ ਪੈਂਦਾ। ਉਹ ਸ਼ਾਇਦ ਭਵਾਨੀਗੜ੍ਹ ਚਲੇ ਗਏ ਹਨ। ਉਹਨਾਂ ਦਾ ਜ਼ਿਕਰ ਇਤਿਹਾਸ ਦੇ ਵਿੱਚ ਬਹੁਤ ਘੱਟ ਮਿਲਦਾ ਹੈ। ਵੈਸੇ ਪਤਾ ਲੱਗਦਾ ਹੈ ਕਿ ਉਹਨਾਂ ਦੀ ਅਗਲੀ ਵੰਸ਼ਜ ਜਿਹੜੇ ਹਨ ਉਹ ਮਾਛੀਵਾੜਾ ਸਾਹਿਬ ਦੇ ਵਿੱਚ ਵੱਸਦੇ ਹਨ। ਦਾਸ ਨੇ ਕੁਝ ਵੀਡੀਓ ਵੇਖੀਆਂ ਜਿਨ੍ਹਾਂ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਦੇ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ, ਪਰ ਐਸਾ ਰੈਫਰੈਂਸ ਕੋਈ ਸਿੱਖ ਇਤਿਹਾਸ 'ਚੋਂ ਨਹੀਂ ਮਿਲਦਾ। ਜਹਾਜ਼ ਹਵੇਲੀ ਮੰਜ਼ਲਾਂ ਦੇ ਉੱਪਰ ਤੱਕ ਤੁਹਾਨੂੰ ਘਾਹ ਦਿਖਾਈ ਦਿੰਦਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਸਿੱਖ ਹਾਂ, ਸਾਨੂੰ ਇੰਨੀ ਕੁ ਸਮੱਤ ਬਖਸ਼ ਦੇਣ ਕਿ ਅਸੀਂ ਨਵੇਂ ਗੁਰਦੁਆਰਾ ਸਾਹਿਬ ਬਣਾਉਣ ਲੱਗਿਆਂ ਪੁਰਾਤਨ ਨਿਸ਼ਾਨੀਆਂ ਨੂੰ ਖਤਮ ਨਾ ਕਰੀਏ, ਤੇ ਜਿਹੜੀਆਂ ਇਹ ਪੁਰਾਤਨ ਨਿਸ਼ਾਨੀਆਂ ਹਨ ਜਿਨ੍ਹਾਂ ਦੇ ਨਾਲ ਅਸੀਂ ਰਿਲੇਟ ਕਰ ਸਕਦੇ ਹਾਂ ਇਤਿਹਾਸ ਨੂੰ, ਉਹਨਾਂ ਨੂੰ ਬਚਾਉਣ ਦੀ ਕੋਈ ਮੱਤ ਬੁੱਧ ਬਖਸ਼ਣ। ਤੇ ਜਿਹੜਾ ਸਾਡੇ 'ਚ ਕੰਪੀਟੀਸ਼ਨ ਚੱਲ ਰਿਹਾ ਹੈ ਕਿ ਬਸ ਅਸੀਂ ਸੰਗਮਰਮਰ ਹੀ ਲਾਈ ਜਾਣਾ, ਇੱਕ ਥਾਂ ਤੇ ਅਸੀਂ ਸੰਗਮਰਮਰ ਲਾ ਰਹੇ ਹਾਂ, ਦੂਜੇ ਥਾਂ ਤੇ ਅਸੀਂ ਉਹਨੂੰ ਆਮ ਇੱਟਾਂ ਨੂੰ ਵੀ ਬਚਾ ਨਹੀਂ ਪਾ ਰਹੇ। ਕਾਰਨ ਤੁਸੀਂ ਤੇ ਮੈਂ ਸਾਰੇ ਜਾਣਦੇ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਸਾਡੀਆਂ ਭੁੱਲਾਂ ਨੂੰ ਬਖਸ਼ਣ, ਤੇ ਅਸੀਂ ਅੱਗੇ ਤੋਂ ਸੁਚੇਤ ਹੋ ਕੇ ਇਹਨਾਂ ਨਿਸ਼ਾਨੀਆਂ ਨੂੰ ਬਚਾ ਸਕੀਏ। ਇਤਿਹਾਸ ਸਾਡੀਆਂ ਜੜ੍ਹਾਂ ਹਨ, ਇਤਿਹਾਸ ਦੀਆਂ ਨਿਸ਼ਾਨੀਆਂ ਨਾ ਰਹੀਆਂ ਤਾਂ ਜੜ੍ਹਾਂ ਪੁੱਟਣ ਵਾਲੀ ਗੱਲ ਹੋ ਜਾਏਗੀ, ਤੇ ਜਿਸ ਚੀਜ਼ ਦੀਆਂ ਜੜ੍ਹਾਂ ਪੁੱਟੀਆਂ ਜਾਣ ਨਾ, ਉਹ ਚੀਜ਼ ਕਦੀ